ਜਾਂਦੇ ਸੀ। ਮੈਂ ਵੀ ਉਹਨਾਂ ਦੇ ਕੋਲ ਕੀਰਤਨ ਸਿੱਖਿਆ। ਮੇਰੇ ਵਿਦਿਆ ਦਾਤੇ ਹੈਗੇ ਉਹ ਗਿਆਨੀ ਜੀ ਇੱਕ ਦਿਨ ਕਹਿਣ ਲੱਗੇ, ਤੁਸੀਂ ਕੀ ਕਰਦੇ ਰਹਿੰਦੇ? ਭਾਈ ਬਖਸ਼ੀਸ਼ ਸਿੰਘ ਵੀ ਮੇਰੇ ਨਾਲ ਸੀ। ਕਹਿਣ ਲੱਗੇ, ਕਥਾ ਹੋਣ ਤੋਂ ਬਾਅਦ ਦੋਵੇਂ ਜਾ ਕੇ ਉੱਥੇ ਕੀਰਤਨ ਸਿੱਖਿਆ ਕਰੋ। ਅਤੇ ਮੈਂ ਅਤੇ ਭਾਈ ਬਖਸ਼ੀਸ਼ ਸਿੰਘ ਜੀ ਦੋਵੇਂ ਜਾਂਦੇ ਸੀ ਜੀ ਉਹਨਾਂ ਦੇ ਕੋਲ ਕੀਰਤਨ ਸਿੱਖਣ। ਥੋੜ੍ਹਾ ਸਮਾਂ ਕੀਰਤਨ ਸਿੱਖਿਆ ਉਹਨਾਂ ਦੇ ਕੋਲ, ਉਹ ਵੀ ਮੇਰੇ ਵਿਦਿਆ ਦਾਤੇ। ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ, ਮਹਾਰਾਜ ਤੁਸੀਂ ਕੀਰਤਨ ਕਿਉਂ ਨਹੀਂ ਕਰਦੇ? ਉਹ ਚੁੱਪ ਜਿਹੇ ਹੋ ਗਏ, ਉਹਨਾਂ ਨੇ ਜਵਾਬ ਨਹੀਂ ਦਿੱਤਾ ਕੋਈ। ਫਿਰ ਕੁਝ ਸਮਾਂ ਹੋਇਆ, ਫਿਰ ਇੱਕ ਦਿਨ ਬੈਠੇ ਸੀ, ਮੈਂ ਕਹਿਣ ਲੱਗਾ, ਮਹਾਰਾਜ ਮੇਰੇ ਸਵਾਲ ਦਾ ਤੁਸੀਂ ਜਵਾਬ ਨਹੀਂ ਦਿੱਤਾ, ਆਪ ਜੀ ਕੀਰਤਨ ਕਿਉਂ ਨਹੀਂ ਕਰਦੇ? ਆਪ ਜੀ ਕੀਰਤਨ ਸਿਖਾਉਂਦੇ। ਰੋ ਪਏ ਖਾਲਸਾ ਜੀ, ਉਹ ਅੱਖਾਂ ਵਿੱਚੋਂ ਹੰਝੂ ਆ ਗਏ। ਕਹਿਣ ਲੱਗੇ, ਕੁਲਵੰਤ ਸਿੰਘਾ, ਜਿਨ੍ਹਾਂ ਦੇ ਕੋਲ ਮੈਂ ਪੜ੍ਹਦਾ ਸੀ ਨਾ, ਮੈਂ ਨੰਬਰ 1 ਦਾ ਵਿਦਿਆਰਥੀ ਸੀ। ਰਾਗਾਂ ਦੇ ਵਿੱਚ ਇੰਨਾ ਮਾਹਰ ਸੀ, ਕੋਈ ਮੇਰੇ ਸਾਹਮਣੇ ਖੜੇ ਨਹੀਂ ਰਹਿ ਸਕਦਾ ਸੀ। ਇੰਨਾ ਮੈਂ ਰਾਗਾਂ ਦੇ ਵਿੱਚ ਮਾਹਰ ਸੀ। ਜਿਸ ਡੇਰੇ ਵਿੱਚ ਅਸੀਂ ਪੜ੍ਹਦੇ ਸੀ, ਉਸ ਡੇਰੇ ਦੇ ਜਿਹੜੇ ਸ਼ਹਿਰ ਵਾਲੇ ਮੈਨੂੰ ਕੀਰਤਨ ਕਰਨ ਨੂੰ ਬੁਲਾਉਂਦੇ ਸੀ ਕਿ ਬਾਬਾ ਜੀ ਇਹ ਸਿੰਘ ਨੂੰ ਭੇਜੋ। ਯਾਨੀ ਇੰਨਾ ਮੈਂ ਮਾਹਰ ਸੀ ਕੀਰਤਨ ਕਰਨ ਵਿੱਚ। ਮੈਂ ਕਿਹਾ, ਮਹਾਰਾਜ ਹੁਣ ਕਿਉਂ ਨਹੀਂ ਕੀਰਤਨ ਕਰਦੇ? ਕਹਿਣ ਲੱਗੇ, ਯਾਰ ਕਰਮਾਂ ਦੀ ਖੇੜੀ ਐਸੀ ਹੋਈ। ਕਹਿਣ ਲੱਗੇ, ਜਿਨ੍ਹਾਂ ਦੇ ਕੋਲ ਮੈਂ ਸਿੱਖਦਾ ਸੀ ਨਾ, ਉਹ ਅਫੀਮ ਖਾਂਦੇ ਸੀ। ਅਤੇ ਮੈਨੂੰ ਪਤਾ ਲੱਗ ਗਿਆ, ਅਤੇ ਮੈंने ਉਹਨਾਂ ਦੀ ਚੁਗਲੀ ਲਾ ਦਿੱਤੀ ਪ੍ਰਬੰਧਕ ਨੂੰ ਕਿ ਇਹ ਅਫੀਮ ਖਾਂਦੇ ਕਰਕੇ। ਪ੍ਰਬੰਧਕ ਨੇ ਉਸੇ ਵੇਲੇ ਡਿਊਟੀ ਤੋਂ ਕੱਢਤਾ ਜੀ। ਅਤੇ ਜਿਹੜੇ ਉਸਤਾਦ ਸੀ ਨਾ ਵਿਦਿਆ ਦਾਤੇ, ਉਹਨਾਂ ਨੂੰ ਪਤਾ ਲੱਗਿਆ ਕਿ ਗੁਰਨਾਮ ਸਿੰਘ ਨੇ ਮੇਰੀ ਸ਼ਿਕਾਇਤ ਕੀਤੀ। ਗੁਰਨਾਮ ਸਿੰਘ ਨੂੰ ਬੁਲਾ ਲਿਆ ਉਹਨਾਂ ਨੇ। ਕਹਿਣ ਲੱਗੇ, ਗੁਰਨਾਮ ਸਿੰਘ ਤੂੰ ਸੱਚ ਦੱਸ, ਤੂਨੇ ਬੋਲਿਆ? ਕਹਿਣ ਲੱਗੇ, हाँ महाराज जी मैंने दसिया, आपकी शिकायत मैंने लाई। वो हंस के कहने लगे, शिकायत ला दी ना, अज दे बाद कीर्तन नहीं कर सकेगा तू, अज दे बाद कदे तू कीर्तन नहीं कर सकेगा, जो मर्जी हो जावे। वो कहने लगे, वो दिन ते ये दिन। कहने लगे, मैं कीर्तन नहीं कर सकिया। कहने लगे, बोलन का मतलब खालसा जी, जिहदे कोल सिखते होवे, ਜਿਹਦੇ ਕੋਲ ਉੱਠਦੇ ਬੈਠਦੇ ਹੋਏ ਉਹਦੇ ਮੂੰਹ ਦੀ ਨਿੰਦਿਆ ਕਿ ਉਹਦੇ ਪਿੱਛੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜਿਹੜੇ ਮੂੰਹ 'ਤੇ ਕਰਦੇ ਫਿਰ ਉਹ ਆਪਣਾ ਫਲ ਆਪ ਭੋਗਦੇ। ਇਸ ਕਰਕੇ ਜਿਹੜੇ ਵਿਦਿਆਰਥੀ ਹੈਗੇ ਉਹ ਗੱਲ ਪੱਲੇ ਬੰਨ੍ਹ ਲੈਣ, ਆਪਣੇ ਉਸਤਾਦਾਂ ਕੋਲ ਪੜ੍ਹਦੇ ਹੋਣ ਅਤੇ ਆਪਣੇ ਉਸਤਾਦ ਦੀ ਕਦੀ ਨਿੰਦਿਆ ਨਹੀਂ ਕਰਨੀ, ਆਪਣੇ ਉਸਤਾਦ ਨੂੰ, ਆਪਣੇ ਗੁਰੂ ਨੂੰ ਕਦੇ ਮਾੜਾ ਨਹੀਂ। ਆਪਣੇ ਪੜ੍ਹਾਉਣ ਵਾਲੇ ਨੂੰ ਕਦੇ ਮਾੜਾ ਨਹੀਂ ਬੋਲਣਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਹੱਥ ਜੋੜ ਲੈਣ ਕਰਨ ਲੱਗੇ, ਨਹੀਂ ਖਾਲਸਾ ਜੀ। ਉਹ ਫਿਰ ਉਹਨਾਂ ਦੀ ਜਿਹੜੇ ਗੁਰੂਆਂ ਦੇ ਹੋਏ, ਮੈਨੂੰ ਬਾਬਾ ਜੀ ਕਹਿੰਦੇ ਸੀ, ਗਿਆਨੀ ਜੀ ਤੂੰ ਪੜ੍ਹ ਜਾਂ ਨਾ ਪੜ੍ਹ, ਉਹ ਤੇਰੀ ਮਰਜ਼ੀ, ਪਰ ਗੁਰੂਆਂ ਦੀ ਬਦਅਸੀਸ ਨਹੀਂ ਲੈਣੀ ਕਦੀ। ਪੜ੍ਹੇ ਜਾਂ ਨਾ ਪੜ੍ਹੇ ਉਹ ਤਾਂ ਕਰਮਾਂ ਦੀ ਗੱਲ ਹੈ। ਕਿਤੇ ਕਿਸਮਤ ਵਿੱਚ ਬਹੁਤ ਪੜ੍ਹਾਈ ਹੁੰਦੀ, ਕਦੇ ਵਿੱਚ ਘੱਟ ਹੁੰਦੀ, ਪਰ ਕਹਿੰਦੇ ਗੁਰੂਆਂ ਦੀ ਅਸੀਸ ਜ਼ਰੂਰ ਲੈਣੀ, ਗੁਰੂਆਂ ਦੀ ਬਦਦੁਆ ਨਹੀਂ ਲੈਣੀ। ਜਿਹੜਾ ਗੁਰੂਆਂ ਦੀ ਬਦਦੁਆ ਲੈਂਦਾ ਨਾ, ਉਹਨੂੰ ਫਿਰ ਕੋਈ ਝੱਲਣ ਵਾਲਾ ਪੈਦਾ ਨਹੀਂ ਹੋਇਆ ਅੱਜ ਤੱਕ। ਸੋ ਖਾਲਸਾ ਜੀ, ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਕਿਰਪਾ ਕੀਤੀ। ਖਾਲਸਾ ਜੀਓ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਅਸੀਂ ਰੁਲਦੇ ਫਿਰਦੇ ਸੀ। ਖਾਲਸਾ ਜੀਓ, ਉਹਨਾਂ ਮਹਾਂਪੁਰਖਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਣ ਦੇ ਹੀ ਸੱਚਖੰਡ ਨੂੰ ਪਿਆਨਾ ਕਰ ਗਏ ਨਾ, ਸਾਰੇ ਸੰਸਾਰ 'ਚ ਪਤਾ ਲੱਗਿਆ ਕਿ ਉਹਨਾਂ ਦੀ ਥਾਂ ਹੁਣ ਗੁਰੂ ਅੰਗਦ ਮਹਾਰਾਜ ਜੀ ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ 'ਚ ਬੈਠ ਕਰਕੇ ਉਹ ਜੋਤ ਜਗਾ ਰਹੇ। ਸਿੱਧਾਂ ਨੂੰ ਵੀ ਪਤਾ ਲੱਗਿਆ। ਸਿੱਧ ਕਹਿਣ ਲੱਗੇ, ਯਾਰ ਜਿਹੜੀ ਪ੍ਰਤਿਭਾ ਦੇ ਗੁਰੂ ਨਾਨਕ ਦੇਵ ਜੀ ਹੈ, ਜਿਹੜੇ ਉਹਨਾਂ ਦੇ ਗੱਦੀ 'ਤੇ ਬੈਠੇ, ਉਹ ਵੀ ਇਹੋ ਜਿਹੀ ਹੈ ਕਿ ਨਹੀਂ ਹੈ? ਵੇਖ ਤੇ ਲਈਏ ਉਹਨਾਂ ਨੂੰ ਜਾ ਕੇ। ਜਿਸ ਵੇਲੇ ਖਾਲਸਾ ਜੀ ਉਹ ਗਏ ਨਾ, ਫਿਰ ਉਹੋ ਜਿਹੀਆਂ ਉੱਥੇ ਲਹਿਰਾਂ ਬਹਿਰਾਂ ਰੌਣਕਾਂ, ਵਸੰਤ ਲੱਗਾ ਹੋਇਆ ਸੀ, ਸੰਗਤਾਂ ਦਾ ਝੁਰਮਟ ਲੱਗਾ ਹੋਇਆ ਸੀ, ਤਿਲ ਮਾਰਿਆ ਭੁੰਜੇ ਨਹੀਂ ਪੈਂਦਾ ਸੀ। ਸਿੱਧਾਂ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਆਦੇਸ਼ ਕਿਹਾ, ਜਿਵੇਂ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨਾ, ਫਤਿਹ ਬੁਲਾਉਂਦੇ, ਹੁਣ ਤੇ ਖਾਲਸੇ ਦਾ ਨਾਰਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ, ਪਰ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕਰੀ ਜਾਂਦੇ। ਸਤਿ ਸ੍ਰੀ ਅਕਾਲ ਖਾਲਸੇ ਦਾ ਜੰਗੀ ਨਾਰਾ ਹੈਗਾ। ਜਿਸ ਵੇਲੇ ਖਾਲਸਾ ਜੰਗ ਵਿੱਚ ਜਾਂਦਾ ਨਾ, ਉਸ ਵੇਲੇ ਫਿਰ ਸਤਿ ਸ੍ਰੀ ਅਕਾਲ ਕਰਕੇ ਹਮਲਾ ਕਰਦਾ। ਹੁਣ ਅਸੀਂ ਇੱਕ ਦੂਜੇ 'ਤੇ ਹਮਲਾ ਹੀ ਕਰਦੇ ਰਹਿੰਦੇ, ਫਤਿਹ ਕੋਈ ਬਿਰਲਾ ਹੀ ਬੁਲਾਉਂਦਾ। ਇਸ ਕਰਕੇ ਉਹਨਾਂ ਨੇ ਆਦੇਸ਼ ਕਿਹਾ, ਮਾਰੇ ਕਿਹਾ ਆਦੇਸ਼ ਤਿਸੇ ਆਦੇਸ਼,
ਸਿੱਧਾ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਤਾਪ ਦੇ ਕੋਈ ਝੱਲ ਨਹੀਂ ਸਕਦਾ ਸੀ, ਤੁਸੀਂ ਕਿਵੇਂ ਝੱਲ ਲਈ? ਉਹਨਾਂ ਨੇ ਪ੍ਰਸ਼ਨ ਪੁੱਛਿਆ, ਮਹਾਰਾਜ ਜੀ ਸੇ ਇੱਕ ਪ੍ਰਸ਼ਨ ਪੁੱਛਿਆ ਆਪ ਨੂੰ, ਆਪ ਜੀ ਨੇ ਜਿਹੜੀ ਗੁਰਤਾ ਗੱਦੀ ਹੈ ਕਿਸ ਤਰ੍ਹਾਂ ਪਾਈ? ਮਹਾਰਾਜ ਨੇ ਹੱਥ ਜੋੜ ਲਏ ਗੁਰੂ ਅੰਗਦ ਦੇਵ ਜੀ ਨੇ। ਸਿੱਧਾਂ ਨੂੰ ਕਿਹਾ, ਅਸੀਂ ਇੱਕ ਪ੍ਰਸ਼ਨ ਪੁੱਛੀਏ? ਸਿੱਧ ਕਹਿਣ ਲੱਗੇ, ਮਹਾਰਾਜ ਸਾਰਾ ਸੰਸਾਰ ਤੁਹਾਨੂੰ ਪ੍ਰਸ਼ਨ ਪੁੱਛੇ ਤੇ ਠੀਕ, ਜੇ ਤੁਸੀਂ ਪ੍ਰਸ਼ਨ ਪੁੱਛੇ ਤੇ ਕਿਹੜਾ ਮਾਈ ਦਾ ਲਾਲ ਜੰਮਿਆ ਜਿਹੜਾ ਉੱਤਰ ਦੇ ਦੇਵੇ ਤੁਹਾਡੇ ਪ੍ਰਸ਼ਨ ਦਾ? ਨਹੀਂ ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਸਿੱਧਾ ਜਿਹਾ ਸਵਾਲ ਹੈ। ਕਹਿਣ ਲੱਗੇ, ਛੋਟਾ ਜਿਹਾ ਬੱਚਾ ਹੋਵੇ, ਚਿੱਕੜ ਵਿੱਚ ਲਿਬੜਿਆ ਹੋਵੇ, ਮਿੱਟੀ ਵਿੱਚ ਲਿਬੜਿਆ ਹੋਵੇ, ਤੇ ਮਾਂ ਆ ਕਰਕੇ ਉਸ ਨੂੰ ਸਾਫ਼ ਕਰ ਦੇਵੇ, ਇਸ਼ਨਾਨ ਕਰਾਵੇ, ਗੋਦੀ ਵੀ ਬਿਠਾ ਲੇ, ਸੋਹਣੇ ਕੱਪੜੇ ਬਿਠਾ ਲਵੇ, ਤੇ ਇਹਦੇ ਵਿੱਚ ਗੱਲ ਕਿਹਦੀ? ਕਹਿਣ ਲੱਗੇ, ਕੌਣ ਵੱਡਾ? ਉਹ ਕਹਿਣ ਲੱਗੇ, ਜੀ ਮਾਂ ਵੱਡੀ। ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਜੀ ਵੱਡੇ, ਉਹਨਾਂ ਨੇ ਸਾਰਿਆਂ ਨੂੰ ਰੁਲਤੇ ਫਿਰਦੇ ਨੂੰ ਬਿਠਾ ਲਿਆ ਆਪਣੇ ਗੋਦ ਵਿੱਚ। ਇਸੇ ਤਰ੍ਹਾਂ ਖਾਲਸਾ ਜੀ ਉਹ ਦਾਸ ਵੀ ਰੁਲਦਾ ਫਿਰਦਾ ਸੀ, ਕੋਈ ਬਾਤ ਨਾ ਪੁੱਛੇ, ਗਰੀਬੀ ਦੀ ਹਾਲਤ ਸੀ ਖਾਲਸਾ ਜੀਓ। ਸਾਰਿਆਂ ਨੂੰ, ਨਗਰ ਨਿਵਾਸੀਆਂ ਨੂੰ ਪਤਾ ਮੈਂ ਕਿੰਨੇ ਵੱਡੇ ਘਰ ਦਾ ਬੱਚਾ ਹੂੰ, ਸਾਰਿਆਂ ਨੂੰ ਪਤਾ ਹੈਗਾ ਮੇਰਾ ਜੀਵਨ ਕਿਹੋ ਜਾਏਗਾ, ਸਾਰਿਆਂ ਨੂੰ ਪਤਾ। ਪਰ ਮਹਾਂਪੁਰਖਾਂ ਨੇ ਗੋਦੀ 'ਚ ਉਠਾ ਲਿਆ ਜੀ। ਉਹਨਾਂ ਨੇ ਫਿਰ ਤਰਾਸ਼ ਕੇ ਹੀਰਾ ਬਣਾ ਕੇ ਬਾਜਾਂ ਵਾਲੇ ਦੇ ਚਰਨਾਂ ਵਿੱਚ ਰੱਖ ਦਿੱਤਾ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ। ਉਹਨਾਂ ਦੀ ਕਿਰਪਾ ਖਾਲਸਾ ਜੀਓ, ਉਹਨਾਂ ਦੀ